ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ, ਜਿਹਦੇ ਵਿੱਚ ਅੱਜ ਫੇਰ ਕੋਸ਼ਿਸ਼ ਕਰਾਂਗੇ ਸਟੂਡੈਂਟ ਵੀਜ਼ਾ ਸੰਬੰਧੀ ਆਪਣੇ ਐਕਸਪਰਟ ਨਾਲ ਸਵਾਲ ਸਾਂਝੇ ਕਰਨ ਦੀ, ਕਿਉਂਕਿ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਦੇਸ਼ ਤੋਂ ਪ੍ਰਦੇਸ਼ ਪੜ੍ਹਨ ਜਾਣਾ ਚਾਹੁੰਦੇ ਨੇ ਉਹਨਾਂ ਲਈ ਉਪਰਾਲਾ ਕੀਤਾ ਜਾਂਦਾ ਵੀ ਰੋਜ਼ ਨਵੇਂ ਕਿਸੇ ਐਕਸਪਰਟ ਨੂੰ ਸੱਦਾ ਦਿੱਤਾ ਜਾਵੇ ਤਾਂ ਕਿ ਉਹ ਐਕਸਪਰਟ ਆਪਣੇ ਐਕਸਪੀਰੀਅੰਸ ਕਰਕੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਕੁਐਰੀਜ਼ ਦੇ ਜਵਾਬ ਦੇ ਸਕੇ, ਜਿਹੜੇ ਕਿ ਸਟੂਡੈਂਟ ਉਹਨਾਂ ਤੱਕ ਵੀ ਕਰਦੇ ਨੇ, ਸਾਡੇ ਤੱਕ ਵੀ ਸਵਾਲ ਪਹੁੰਚਾਉਂਦੇ ਨੇ ਅਲੱਗ-ਅਲੱਗ ਮਾਧਿਅਮ ਦੇ ਰਾਹੀਂ। ਸੋ ਅੱਜ ਪਹਿਲੇ ਤਾਂ ਤੁਹਾਨੂੰ ਐਕਸਪਰਟ ਦੇ ਨਾਮ ਲਾ ਦਈਏ ਜੀ, ਜਿਹੜੇ ਇਸ ਸ਼ੋਅ ਦੇ ਵਿੱਚ ਮੌਜੂਦ ਨੇ ਤੇ ਤੁਹਾਡੀ ਸਾਰੀ ਕੁਐਰੀਜ਼ ਦੇ ਜਵਾਬ ਦੇਣਗੇ। ਉਹਨੇ ਜੀ ਸੈਟਿੰਗ ਅਬਰੋਡ ਤੋਂ ਗੌਰਵ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਦਰਸ਼ਕੋ। ਪਰ ਜੀ ਹਮੇਸ਼ਾ ਜੇ ਆਪਾਂ ਗੱਲ ਕਰੀਏ ਸਟੂਡੈਂਟ ਜਦੋਂ ਬਾਹਰ ਜਾਣਾ ਚਾਹੁੰਦਾ ਹੈ, ਹਰ ਸਟੂਡੈਂਟ ਦੀ ਪ੍ਰੋਫਾਈਲ ਵਾਈਜ਼ ਚੁਆਇਸ ਅਲੱਗ ਹੁੰਦੀ ਹੈ। ਅੱਜ ਦੀ ਡੇਟ 'ਚ ਦੋ ਕੰਟਰੀਜ਼ ਕਾਫੀ ਹਾਈਲਾਈਟ ਹੋ ਰਹੀਆਂ ਨੇ, ਮੈਂ ਕਹੂੰਗਾ ਵਧੀਆ ਗੱਲ ਹੈ। ਸਟੂਡੈਂਟ ਬਾਹਰ ਪੜ੍ਹਨ ਲਈ ਖੋਜ ਵੀ ਕਰ ਰਿਹਾ, ਅਵੇਅਰ ਹੋ ਰਿਹਾ। ਉਹ ਜ਼ਿਆਦਾ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ। ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਕਾਫੀ ਦੇਰ ਤੋਂ ਸ਼ੋਜ਼ ਹੁੰਦੇ ਆ ਰਹੇ ਵੀ SVP ਆ ਗਿਆ, GT ਦੇ ਅੰਡਰ ਵੀਜ਼ਾ ਲੱਗੇਗਾ, 573 ਸਬ ਕਲਾਸ ਹੈ। ਪਰ ਅੱਜ ਫੇਰ ਸਟੂਡੈਂਟ ਕਨਫਿਊਜ਼ ਨਜ਼ਰ ਆਉਂਦਾ। ਕਿੰਨੀ ਕੁ ਕੁਐਰੀਜ਼, ਕਿਸ ਤਰ੍ਹਾਂ ਦੀ ਕੁਐਰੀਜ਼ ਆ ਰਹੀਆਂ ਨੇ ਤੁਹਾਡੇ ਤੱਕ? ਦੇਖੋ ਅਮਨ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਟੂਡੈਂਟ ਨੂੰ ਕੈਰੀਅਰ ਕਾਉਂਸਲਿੰਗ ਦੀ ਜਗ੍ਹਾ ਕੈਰੀਅਰ ਕੋਚਿੰਗ ਤੇ ਕੁਝ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਕਾਉਂਸਲਿੰਗ ਇੱਕ ਦਿਨ ਦੀ ਹੋ ਸਕਦੀ ਹੈ, 1 ਘੰਟੇ ਦੀ ਹੋ ਸਕਦੀ ਹੈ, ਕੁਝ ਟਾਈਮ ਦੀ ਹੋ ਸਕਦੀ ਹੈ। ਕੈਰੀਅਰ ਕਾਉਂਸਲਿੰਗ ਤੇ ਕੋਚਿੰਗ ਦੇ ਵਿੱਚ ਇਹ ਫਰਕ ਹੈ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਕੰਟਰੀ ਜਾਂ ਸਟੂਡੈਂਟ ਦੀ ਕਨਫਿਊਜ਼ਨ, ਉਹ ਉਹਦੇ ਮਨ ਦੇ ਅੰਦਰ ਇੱਕ ਪੁਚਾਲ ਆਇਆ ਹੈ, ਮੈਂ ਕਿੱਥੇ ਜਾਵਾਂ, ਕਿੰਦੇ ਕੋਲ ਅਪਲਾਈ ਕਰਾਂ, ਇਹ ਪੈਸੇ ਕਿੱਥੇ ਲਾਵਾਂ, ਉਸ ਤੋਂ ਬਾਅਦ ਪੇਰੈਂਟਸ ਦਾ ਬੈਕਗ੍ਰਾਉਂਡ ਕੀ ਹੈ। ਇਹ 3 ਪੁਆਇੰਟ ਬਹੁਤ ਧਿਆਨ ਦੇਣ ਯੋਗ ਹੈ ਕਿ ਪਹਿਲੇ ਆਪਣੇ ਆਪ ਨੂੰ ਦੇਖਿਆ ਜਾਵੇ ਕਿ ਮੇਰੀ ਐਲੀਜੀਬਿਲਿਟੀ ਕੀ ਬਣਦੀ ਹੈ, ਮੇਰੀ क्षमता ਕਿੰਨੀ ਹੈ। ਦੂਜੀ ਆਪਣੇ ਪੇਰੈਂਟਸ ਦੇ ਬਾਰੇ ਦੇਖਿਆ ਜਾਏ ਕਿ ਮੇਰੇ ਪੇਰੈਂਟਸ ਦਾ ਬੈਕਗ੍ਰਾਉਂਡ ਕੀ ਹੈ ਜਾਂ ਮੇਰੀ ਫੈਮਿਲੀ ਕਿਸ ਬੈਕਗ੍ਰਾਉਂਡ ਤੋਂ ਉੱਠ ਕੇ ਆਈ ਹੈ। ਤੀਜੀ ਸਭ ਤੋਂ ਵੱਡੀ ਗੱਲ, ਆਪਣੇ ਫਰੈਂਡਸ ਤੇ ਆਸ-ਪਾਸ ਦੇ ਮਾਹੌਲ ਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈ। ਕਈ ਵਾਰੀ ਫਰੈਂਡਸ ਦੇ ਪ੍ਰੋਫਾਈਲ ਨੂੰ ਦੇਖ ਕੇ ਡਿਸੀਜਨ ਲਿਆ ਜਾਂਦਾ। ਸਪੋਜ਼ ਹੁਣ ਆਪਾਂ ਦੋਨੇ ਹੀ ਆ, ਤਾਂ ਤੁਹਾਡਾ ਵੀਜ਼ਾ ਲੱਗ ਗਿਆ, ਮੈਂ ਚਾਹੂੰਗਾ ਵੀ ਤੁਹਾਡਾ ਲੱਗਿਆ ਤਾਂ ਮੇਰਾ ਵੀ ਲੱਗੇ, ਜਦ ਕਿ ਪ੍ਰੋਫਾਈਲ ਦੋਨਾਂ ਦੀ ਅਲੱਗ ਹੋਏਗੀ। ਅਕੈਡਮਿਕ ਸਕੋਰਸ ਹੋ ਗਏ, ਫਾਈਨੈਂਸ਼ੀਅਲ ਜਿਹੜੀ ਪੋਜੀਸ਼ਨ ਹੋ ਗਈ, ਕੋਈ ਵੀ ਚੀਜ਼ ਲਾ ਲਓ, ਇੱਕ ਨਹੀਂ ਹੁੰਦੀ। ਤੇ ਉਸ ਟਾਈਮ ਤੁਹਾਡੇ ਵਾਰੀ ਰੂਲਸ ਕੀ ਸੀਗੇ, ਸਾਡੇ ਵਾਰੀ ਰੂਲ 2009 ਦੀ ਗੱਲ ਕਰੀਏ, 2014 ਦੀ ਗੱਲ ਕਰੀਏ, ਕਾਫੀ ਫਰਕ ਹੈ। ਸਟੂਡੈਂਟ ਕਿਸ ਤਰ੍ਹਾਂ ਇਸ ਚੀਜ਼ ਤੋਂ ਅਵੇਅਰ ਰਹਿ ਸਕਦਾ, ਕਿਉਂਕਿ ਪੁਰਾਣੀ ਪ੍ਰੋਫਾਈਲ ਜਾਂ ਆਪਣੇ ਜਾਣ ਪਛਾਣ ਦੀ ਪ੍ਰੋਫਾਈਲ ਆਪਣੇ ਨਾਲ ਸਮਝ ਕੇ ਡਿਸੀਜਨ ਲਿਆ ਜਾਂਦਾ ਵੀ ਜੇ ਆਸਟ੍ਰੇਲੀਆ ਗਿਆ ਮੈਂ ਵੀ ਆਸਟ੍ਰੇਲੀਆ ਜਾਵਾਂ, ਜਾਂ ਨਿਊਜ਼ੀਲੈਂਡ ਕੈਨੇਡਾ ਗਿਆ ਤਾਂ ਮੈਂ ਵੀ ਉਹੀ ਡਿਸੀਜਨ ਲਵਾਂ। ਕੀ ਇਹ ਸਹੀ ਹੈ? नहीं देखिए फर्क है। मैं पहले गया कि सब तो पहला डिसीजन 3 गल्लां दसियां। पहला डिसीजन तुसी खुद हो, थोड़ी अपनी प्रोफाइल की है। उस तो बाद आ गया फाइनैंशियल ने साडे पेरेंट्स, साडी पेरेंट्स दी प्रोफाइल की है। तीजी चीज़, अगर साडी दोनों प्रोफाइल साडे फ्रेंड्स दे नाल मिलदी है, साडा कोई दोस्त मित्र उत्थे गया है, उत्थे साडी प्रोफाइल चूज करदी ते उस जगह नूं चूज करना साडे लई ईजी है, क्योंकि किते ना किते अगर कोई जानकार पहले गया है या उत्थे पहुंचा है, वो सानू आने वाली डिफिकल्टीज नाल रूबरू कराऊगा। दूजी चीज़, कल नूं अगर आप असीं जाना चाहते हैं, असीं आस्ट्रेलिया जाना चाहते हैं, असीं न्यूजीलैंड जाना चाहते हैं, असीं कैनेडा जाना चाहते हैं, सिंपल रूल्स ने, बिल्कुल साफ गाइडलाइंस ने। काफ़ी देर तुसीं कहंदे सिंपल रूल्स ने, हर चीज़ इंटरनेट ते अवेलेबल है, क्रॉस चैक बंदा कर सकता है। फिर भी स्टूडेंट अज कन्फ्यूज नज़र आता, पुछदा हले भी आके भी आस्ट्रेलिया जाना है जी, कि किवें जा सकते हैं, की प्रोफाइल चाहिए है। ਅੱਜ ਜੇ ਗੱਲ ਕਰੀਏ ਤੁਹਾਡੇ ਤੱਕ, ਤੁਹਾਡੇ ਕੰਸਲਟੈਂਟਸ ਤੱਕ ਜ਼ਿਆਦਾ ਕੁਐਰੀਜ਼ ਆਉਂਦੀਆਂ ਨੇ, ਸਟੂਡੈਂਟ ਪਹੁੰਚ ਕਰਦੇ ਨੇ, ਵਿਜ਼ਿਟ ਕਰਦੇ, ਪਰਸਨਲੀ ਗੱਲਾਂ ਕਰਦੇ ਆ। ਕਿਹੜੀ ਚੀਜ਼ ਨੂੰ ਲੈ ਕੇ ਆਸਟ੍ਰੇਲੀਆ ਬਾਰੇ ਸਟੂਡੈਂਟ ਕਨਫਿਊਜ਼ ਅੱਜ ਦੀ ਡੇਟ ਦੇ ਵਿੱਚ? देखिए सब तो ज़्यादा 2 ਲੈਵਲ ਤੇ ਕਨਫਿਊਜ਼ਨ ਹੋ ਰਹੀ ਹੈ ਸਟੂਡੈਂਟ ਨੂੰ ਕਿ ਮੈਂ ਕਿਸ ਸਟੇਟ ਤੇ ਜਾਵਾਂ, ਯਾਨੀ ਮੈਨੂੰ ਕਿਸ ਤਰ੍ਹਾਂ ਦਾ ਆਈਲੈਟਸ, ਕਿੰਨਾ ਆਈਲੈਟਸ ਸਕੋਰ ਬੈਂਡ ਚਾਹੀਦਾ ਹੈ। ਉਹ ਕਹਿੰਦਾ ਕੋਈ ਕੰਸਲਟੈਂਟ 5.5 ਕਹਿ ਰਿਹਾ, ਕੋਈ 5 ਕਹਿ ਰਿਹਾ, ਕੁਛ 6 ਮਿਥ ਕਹਿ ਰਹੇ ਨੇ ਜੀ, 4.5 ਵੀ ਕਹਿ ਰਿਹਾ, 4.5 ਵੀ ਕਹਿ ਰਿਹਾ, ਕੁਛ 6 ਮਿਥ ਕਹਿ ਰਹੇ ਨੇ ਜੀ। ਹਾਲਾਂ 'ਚ ਮੀਟਿੰਗ ਹੋਈ ਹੈ, ਕੱਲ ਇੱਕ ਗੱਲ ਹੈ, ਇੱਕ ਬੱਚੇ ਦਾ ਫੋਨ ਆਇਆ, ਕਹਿੰਦਾ ਜੀ ਸੈਟਰਡੇ ਨੂੰ ਮੀਟਿੰਗ ਹੋਈ ਸੀ, ਸਾਡਾ ਇੱਕ ਲੋਕਲ ਏਜੰਟ ਕਹਿੰਦਾ ਕਿ ਮੇਲ ਆਈ। ਮੈਂ ਸੈਟਰਡੇ ਸੰਡੇ ਤਾਂ ਸਭ ਕੁਝ ਕਲੋਜ਼ ਸੀ, ਸਭ ਬੰਦ ਹੁੰਦਾ ਹੈ, ਕਿਤੋਂ ਮੇਲ ਆ ਗਈ। ਇਹ ਕੁਝ ਚੀਜ਼ਾਂ, ਅਗਰ ਇੱਕ ਗੱਲ ਧਿਆਨ ਦੇਣੀ ਹੋਵੇ, ਇੱਕ ਬਹੁਤ ਵੱਡਾ ਮੰਚ ਹੈ ਜਿੱਥੇ ਬਹੁਤ ਐਕਸਪਰਟਸ ਆਉਂਦੇ ਨੇ, ਇੱਕ ਸਿਸਟਮ ਚੱਲ ਰਿਹਾ ਹੈ। ਨਹੀਂ, ਇਹ ਜਿਹੜੀਆਂ ਗੱਲਾਂ ਨੇ ਜਿਹੜੀ ਕੰਸਲਟੈਂਟ ਆਪਣੇ ਬਚਾਓ ਲਈ ਜਾਂ ਆਪਣੇ ਫਾਇਦੇ ਲਈ ਕਰਦੇ ਨੇ ਵੀ ਫਲਾਣੀ ਮੀਟਿੰਗ ਹੋ ਗਈ ਜੀ, ਜੇ ਕਿਸੇ ਹਾਈ ਕਮਿਸ਼ਨ ਦੀ, ਐਮਬੈਸੀ ਦੀ, ਗਵਰਨਮੈਂਟ ਦੀ, ਕੰਟਰੀ ਦੀ ਮੀਟਿੰਗ ਹੁੰਦੀ ਹੈ ਤਾਂ ਉਹ ਕਦੀ ਲੀਕ ਹੋ ਕੇ ਕੰਸਲਟੈਂਟ ਕੋਲ ਨਹੀਂ ਆਉਂਦੀ, ਉਹਨਾਂ ਦਾ ਆਪਣਾ ਫੈਸਲਾ ਹੁੰਦਾ। ਬਾਅਦ 'ਚ ਇੰਪਲੀਮੈਂਟ ਜਦੋਂ ਹੁੰਦਾ, ਆਲ ਓਵਰ ਇੰਟਰਨੈਟ ਤੇ ਹਰ ਕੰਸਲਟੈਂਟ ਕੋਲ ਉਹਦੀ ਕੁਐਰੀਜ਼ ਹੁੰਦੀਆਂ ਨੇ। ਇਹ ਨਹੀਂ ਵੀ ਇੱਕ ਲੋਕਲ ਬੰਦੇ ਕੋਲੇ ਉਹ ਸਪੈਸ਼ਲੀ ਉਹਦੀ ਕੁਐਰੀ ਜਾਂ ਮੇਲ ਆ ਗਈ ਹੈ। ਸੋ ਹੋ ਸਕਦਾ ਉਹਨਾਂ ਦੀ ਆਪਸ ਕੋਈ ਮੀਟਿੰਗ ਹੋਈ ਹੋਵੇ, ਐਮਬੈਸੀ ਜਾਂ ਹਾਈ ਕਮਿਸ਼ਨ ਦੀ ਐਸੀ ਕੋਈ ਮੀਟਿੰਗ ਐਸੀ ਨਹੀਂ ਹੁੰਦੀ ਵੀ ਜਿਹੜੇ ਇਕੱਲੇ ਬੰਦੇ ਤੱਕ ਡਿਸੀਜਨ ਪਹੁੰਚੇ, ਇਕੱਲੇ ਬੰਦੇ ਤੱਕ ਡਿਸੀਜਨ ਪਹੁੰਚੇ ਔਰ ਗਲੋਬਲੀ ਰਿਕੋਗਨਾਈਜ਼ ਹੋਏਗੀ ਅਗਰ ਕੋਈ ਵੀ ਅਮੈਂਡਮੈਂਟ ਹੋਣਗੀਆਂ। ਸਭ ਤੋਂ ਵੱਡੀ ਕਨਫਿਊਜ਼ਨ ਦੀ ਗੱਲ ਇਹ ਹੈ ਕਿ ਬਿਲਕੁਲ ਕਨਫਿਊਜ਼ਡ ਇਸ ਗੱਲ ਤੇ ਨਹੀਂ ਹੋਣਾ ਚਾਹੀਦਾ ਕਿ ਮੈਂ ਕਿੱਥੇ ਜਾਵਾਂ, ਕਿ ਮੇਰਾ 5 ਬੈਂਡ ਤੇ ਵੀਜ਼ਾ ਲੱਗੇਗਾ, 5.5 ਤੇ ਲੱਗੇਗਾ, ਮੈਂ ਗੈਪ ਕਿਸ ਤਰ੍ਹਾਂ ਕਵਰ ਕਰਾਂ।
ਇਹ ਕੁਝ ਚੀਜ਼ਾਂ ਨੇ, ਮੈਂ ਫੰਡਸ ਤੇ ਬਹੁਤ ਹਰਡਲਸ ਬੱਚਿਆਂ ਨੂੰ ਫੇਸ ਕਰਨੀ ਪੈ ਰਹੀਆਂ ਨੇ। ਉਹ ਕਹਿ ਰਹੇ ਨੇ ਕਿ ਕੁਝ ਲੋਕ ਕਹਿੰਦੇ ਨੇ ਜੀ ਆਫਰ ਲੈਟਰ ਤੋਂ ਪਹਿਲੇ ਫੰਡਸ ਦੇਣੇ ਪੈਣਗੇ, ਤੁਸੀਂ ਕਹਿ ਰਹੇ ਹੋ ਜੀ ਆਫਰ ਲੈਟਰ ਤੋਂ ਬਾਅਦ ਦੇਣੇ ਪੈਣਗੇ, ਕਈ ਤਾਂ ਕਹਿੰਦੇ ਦੇਣੇ ਹੀ ਨਹੀਂ ਪੈਣਗੇ, ਦੇਣੇ ਨਹੀਂ ਪੈਣਗੇ, ਕੁਝ ਲੋਕ ਕਹਿੰਦੇ ਦੇਣੇ ਨਹੀਂ ਪੈਣਗੇ, ਪਰ ऐसा कुछ नहीं है। बहुत ਜ਼ਰੂਰੀ ਚੀਜ਼ਾਂ ਨੇ ਕਲੀਅਰ ਆਊਟ ਕਰਨ ਦੀਆਂ। IELTS 5 बैंड मिनिमम रिक्वायरमेंट है, वो जरूरी है। सेकंड चीज, फंड्स ऑफर लेटर तो पहले दोगे तो बेनिफिशियल रहेंगे क्योंकि COE अनकंडीशनल आएगी। तीजी सब तो वड्डी गल, अगर तुसी कह रहे हो गैप नू ऑथेंटिकली प्रूव करोगे क्योंकि वेरीफाई होना है। कल्ली कल्ली गल हाई कमीशन तुहाडे दिता है प्रोफाइल नू वेरीफाई करेगी। अगर वेरीफाई करोगे तो कल नू रिफ्यूजल्स तो और हार्ड इंटरव्यूज तो बच सकते हो। तुसी इत्थे गल कीती है COE अनकंडीशनल आएगी, अनकंडीशनल ते कंडीशनल COE की है, फर्क की है इन्हां दे विच? देखिए कंडीशनल COE का मतलब ये है अमन जी कि जैसे किवें आपां फंड्स नहीं देंदे, गैप वेरीफाई यूनिवर्सिटी तो नहीं कराते, फिर वो जुरिडिक्शन ऑफ हाई कमीशन आ जाती है कि फंड्स हाई कमीशन वेरीफाई करेगा ऑन स्पॉट। बिल्कुल यही गल जिहड़ी स्टूडेंट नूं समझण दी लोड़ है। ऑफर लैटर की जिहड़ी दौड़ लगी सी, 2 दिन च ऑफर लैटर, 4 दिन च ऑफर लैटर या महीने च ऑफर लैटर, फर्क की सीगा? काफ़ी कंसलटेंट वालों दस्सिया कि भी उदों जो ऑफर लैटर जल्दी दे देंगे, असैसमेंट नहीं होंदी, तो वो कंडीशनल ऑफर जी COE दी जाती, कंडीशनल COE तो पहुँचती ही नहीं, कंडीशनल ऑफर लैटर होंदी है, उस तो बाद असैसमेंट शुरू होंदी। कईयां नूं COE नहीं इशू हुई ऑफर लैटर तो बाद, क्यों? बाद असैसमेंट दे विच वो जिहड़ा GT दा क्राइटेरिया नहीं फिल करते सीगे। ये भी प्रॉब्लम्स होई, ये प्रॉब्लम हुई। दूजी चीज़, एक काम करन दा तरीका, एक प्रॉपर वे आउट है जो मैं बिल्कुल इस चैनल के राही दसना चाहना या फाइलिंग का दसना चाहना कि सब तो पहले थोड़ी अनकंडीशनल ऑफर लैटर आना चाहिए, थोड़ा ऑफर लैटर एग्रीमेंट होना चाहिए यूनिवर्सिटी के नाल। दूजी चीज़, असी उस तो बाद फंड्स की वेरीफिकेशन लैने यूनिवर्सिटी तो कि यूनिवर्सिटी सानू यस कर दी है कि मैं इस फंड्स नू वेरीफाई कर ली, मैं सैटिस्फाइड हाँ कि फंड जेन्युइन है। तीजी उनकी गैप दी, जो उस गैप के दौरान उन्हें की काम किया उसकी वेरीफिकेशन लैने। ये सारी वेरीफिकेशनस तो बाद स्टूडेंट नू कहने कि हुण तू फीस ट्रांसफर कर। नहीं तो देखा जा रहा है कि ऑफर लैटर आई, बच्चे ने फीस ट्रांसफर करती, वो तो GT फेल हो गया, सारा काम फस गया। बिल्कुल ये जी चीज़ है कंडीशनल ते अनकंडीशनल, ये समझण दी लोड़ है। बिल्कुल सही कहा गौरव जी ने, क्योंकि जदों तक ये चीज़ों का फर्क स्टूडेंट नूं नहीं पता लगता, स्टूडेंट किते ना किते मिसगाइड जरूर होंदा रहेगा। जदों आस्ट्रेलिया की असीं गल करते हैं भी आस्ट्रेलिया कंडीशनल ऑफर लैटर आ गई या अनकंडीशनल आ गई या फीस आई है, COE आई है, ये चीज़ां स्टूडेंट तक सही पहुँचदियां ही नहीं। स्टूडेंट नूं दौड़ की लगा के रखी हुई है सिर्फ वीज़ा मिलण दी या पहुँचण दी। एक्चुअल जिहड़े रूल दे अंदर तुसीं जा रहे हो, जिहदे अंडर वीज़ा तुहानूं मिल रहा SVP GT, उहनूं समझण दी लोड़ है। एक्चुअल उहदी असैसमेंट किवें हुंदी है, कितना टाइम लगदा है, किवें तुसीं जा सकदे हो, जो अज गौरव जी वल्लों तुहानूं दस्सण दी कोशिश की जा रही है। मन दे विच कोई भी सवाल आउंदा, इन्हां दी जिहड़ी कंपनी है उन्हां दे नाल तुसीं राबता कायम कर सकदे हो, फ्री ऑफ कॉस्ट असैसमेंट लई जा सकदी है। उहदे लई नंबरां ते कॉल करो, मैसेज करके एड्रैस ते विजिट करके जानकारी जिहड़ी ओह लै सकदे हो। की कह रहे सी गौरव जी? देखिए सब तो वड्डी गल ये है, मैं स्टार्टिंग में एक गल कही कि करियर काउंसलिंग और करियर कोचिंग दे विच फर्क है। कोई भी टीम है उनके काउंसलर्स भी ने, कोच भी ने, ये भी एक कंसलटेंट ते बेस करता है कि उनके कोल कोच किन्ने ने उस काम दे और काउंसलर्स किन्ने ने। काउंसलर थोड़ा माइंड सैट करता है, नहीं यार थोड़ी प्रोफाइल इत्थे, तुसी इस जगह ते जाना है, थोड़ी प्रोफाइल इदा है, पर कोच थोनू मैंटली प्रिपेयर करता है कि उत्थे उतरन तो बाद तुसी की काम करना है, किवें कंडीशंस नाल फाइट करनी है, कल नूं किवें टीआर लेनी। जब तक सिर्फ फायदे ही दसे जाएंगे, उस चीज़ का नुकसान नहीं दस्या जाएगा, स्टूडेंट बिल्कुल मिसगाइड होएगा। क्योंकि स्टूडेंट जाके मिसगाइड हो रहा है, उत्थे जाके सब क्लास चेंज कर रहा है, कॉलेजेस चेंज कर रहा है, न्यूज़ लेटर नहीं मिल रही, COE इवन वीज़ा तक कैंसल हो सकता है, वीज़ा तक कैंसल हो सकता है। और सब तो बड़ी गल रिस्क कॉस्ट, टाइम तो है ही है, मनी रिस्क कॉस्ट बहुत ज़्यादा आ रहा है क्योंकि बहुत ज़्यादा अमाउंट तो मनी ट्रांसफर हो जाती है आस्ट्रेलिया दे विच। खैर उस ਜਿਹੜੇ ਬੱਚੇ ट्रांसफर कर रहे हैं 80 to 90% बच्चे को एक ही पूंजी है ਜਿਹੜੀ ਉਹ ਇਕੱਠੀ ਕਰਕੇ ਤੇ ਇੱਕ ਆਸਟ੍ਰੇਲੀਆ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਇੱਕ ਗੱਲ ਕਹਿਣ ਤੇ ਟ੍ਰਾਂਸਫਰ ਕਰ ਦਿੰਦੇ ਨੇ। ਪਰ ਸਭ ਤੋਂ ਵੱਡੀ ਗੱਲ ਇਹ ਧਿਆਨ ਰੱਖੋ, ਜਦ ਤੱਕ ਤੁਹਾਡੇ ਫੰਡ ਵੈਰੀਫਾਈ ਨਹੀਂ ਹੁੰਦੇ, ਤੁਹਾਡੀ ਗੈਪ ਵੈਰੀਫਿਕੇਸ਼ਨ ਨਹੀਂ ਹੁੰਦੀ, ਤੁਹਾਡੀ ਆਫਰ ਲੈਟਰ अनकंडीशनल नहीं होंगे, थोनू जरूरत नहीं है कि तुसी उत्थे जाके रिस्क लो या जाके अपनी फीस फसा दो, क्योंकि जितने जिथे किथे भी अगर थोड़ी 420 या फ्रॉडेंट का ठप्पा लग गया, फीस भी फस जानी है तो सारा करियर तबाह हो जाए। गौरव जी इत्थे जिवें फ्रॉड डॉक्यूमेंट्स या फ्रॉड इन्फॉर्मेशन की गल हुई है, बिल्कुल उहदे ते आउणा चाहुंदा। जिवें गैप ज़्यादा हो गया, एजेंट्स कंसलटेंट्स वालों डिप्लोमेज बनवाए जाते सीगे, हुण तां थोड़ा स्ट्रिक्टनेस होई, थोड़ा घटिया होना, बट उन्होंने कहता स्टूडेंट ने बनवा लिया, स्टूडेंट की अवेयरनेस की कित्थे गई? इस चीज़ को लैके की कहना, स्टूडेंट की कोई फेक डॉक्यूमेंटेशन या फेक प्रोफाइल रखनी चाहिए एम्बेसी है कि जो रखता तो वह नुकसान स्टूडेंट है, कंसलटेंट को भी कोई नुकसान नहीं होता।
ਕੀ ਕਹਿਣਾ ਇਹਦੇ ਬਾਰੇ? देखिए सब तो वड्डी गल अमन जी, अगर आप कोई भी फ्रॉडन डॉक्यूमेंट या कुछ भी फेक इन्फॉर्मेशन अंबैसी अगे रखते हैं, सब तो पहले साडा प्रोफाइल ते साडी इंटीग्रिटी ते गल आउंदी है। पहली चीज फिर तो जीटी रहा ही नहीं ना, रहा ही नहीं। और दूजी चीज उनका नुकसान किते ना किते छोटे लैवल ते बैठे हुए कंसल्टेंट ਨੂੰ नहीं हो रहा, उनका नुकसान स्टूडेंट ਨੂੰ हो रहा, उनका रिफ्यूजल हो रहा है। और एक गल बहुत जरूरी है कि एक बार किसी कंट्री किसी अंबैसी ने ਤੁਹਾਨੂੰ ਕਿਸੇ ਵੀ ਟਾਈਪ ਦੇ ਵੀਜ਼ਾ ਲਈ ਰਿਫਿਊਜ਼ ਕਰਤਾ, ਉਸ ਤੋਂ ਬਾਅਦ ਫਰਾਡ ਡਾਕੂਮੈਂਟ ਤੇ ਤਾਂ ਤੁਸੀਂ ਗੱਲ ਹੀ ਖਤਮ ਕਰ ਦੋ ਨਾ, ਕਿ ਉਸ ਤੋਂ ਬਾਅਦ ਤੁਸੀਂ ਕਿਸੇ ਕੰਟਰੀ ਦੀ ਪੀਆਰ ਵੀ ਲੈ ਲੋਗੇ ਤੇ ਉਸ ਤੋਂ ਬਾਅਦ ਵੀ ਉਸ ਤੇ ਐਂਟਰੀ ਵਾਸਤੇ ਤੁਹਾਨੂੰ 100 ਕੁਐਸਚਨ ਆਨਸਰ 100 ਗੱਲਾਂ ਦਾ ਜਵਾਬ ਦੇਣਾ ਔਖਾ ਹੋ ਜਾਏਗਾ। दूजी चीज आजकल सब कुछ ऑनलाइन है, एम्बेसीज आपस में इंटरग्रेटेड ने, खास कर फ्रॉड एंड डॉक्यूमेंट वाले दी तां इंटीमेशन हर जगह पहुंच जाती है, इंफॉर्मेशन शेयर करते हैं। और ये बहुत ही योग है, बहुत तुहानू जानना चाहिए इस गल नू कि फ्रॉड डॉक्यूमेंट नहीं लाओ। अगर कोई भी डॉक्यूमेंट तुसी कोई भी अपना एक्सपीरियंस प्रिपेयर कर रहे हो जिथे तुसी काम किया, उनकी सेल्फ वेरीफिकेशन भी जरूरी है कि अगर मैं उस नंबर ते फोन करदा, कई बार की हुंदा कि असी कोई नंबर दे देने, असी उत्ते काम कर रहे होंने पर उस नंबर ते साडी वेरीफिकेशन प्रूव नहीं हो रही। ये भी साडे वास्ते थ्रेटनेंट है, साडे वास्ते डेंजर है, साडे वीज़ा रिफ्यूजल का बहुत बड़ा कारण है। वीज़ा रिफ्यूजल या सीओई कैंसलेशन या प्रॉब्लम का सब तो बड़े दो ही कारण जो वेखण नूं आ रहे हैं, वो आ रहे हैं गैप ते सैकेंड फंड्स। बिल्कुल ये होया भी है कई जगह ते देखण दे विच आया स्टूडेंट्स नूं, जिवें खास कर पंजाबी दे आपां दो नाम कह लैने भी, दो नाम तो बुलाया जांदा, जिथे बंदा काम करदा उत्थे ते छोटे नाम लैके उहनूं बुलाया जाता। जो क्वेरी आउंदी है उस नाम नाल आउंदी है जिहड़ा उहदा पासपोर्ट ते है, ਤੇ ਉਹ ਕਿਤੇ ਨਾ ਕਿਤੇ ਨਹੀਂ ਟੈਲੀ ਹੋ ਪਾਉਂਦਾ ਜਾਂ ਨਹੀਂ ਕਲੀਅਰ ਹੋ ਪਾਉਂਦੀ, ਤਾਂ ਉਹਦੇ ਪ੍ਰੋਬਲਮ ਸਟੂਡੈਂਟ ਨੂੰ ਆ ਸਕਦੀ ਹੈ। ਸੋ ਇਹ ਚੀਜ਼ਾਂ ਬਿਲਕੁਲ ਇਹ ਵੈਰੀਫਿਕੇਸ਼ਨ ਕਰ ਲੈਣੀ ਚਾਹੀਦੀ, ਸਾਡਾ ਪੱਕਾ ਨਾ ਹੋਵੇ ਕਿਸੇ ਨੂੰ ਪਤਾ ਹੀ ਨਹੀਂ ਪਤਾ ਤੇ ਕੰਮ ਕਰ ਰਹੇ ਹਾਂ। ਇਵਨ ਸਾਨੂੰ ਸਾਡੇ ਰਿਸ਼ਤੇਦਾਰਾਂ ਦੇ, ਸਾਡੇ ਭਰਾਵਾਂ ਦਾ ਪੱਕਾ ਨਾ ਅੱਜ ਤੱਕ ਨਹੀਂ ਪਤਾ। ਇਹ ਸਾਡਾ ਕਲਚਰ ਹੈ, ਅਸੀਂ ਛੋਟੇ ਨਾਂ ਤੋਂ ਜਾਣਦੇ ਹਾਂ, ਵੱਡਾ ਨਾਂ ਕਰਕੇ ਸਾਨੂੰ ਫੋਨ ਕਰਨਗੇ, ਅਸੀਂ ਉਹਨਾਂ ਨੂੰ ਰਿਕਗਨਾਈਜ਼ ਨਹੀਂ ਕਰਦੇ। ਪਰ ਅੰਬੈਸੀ ਤੁਹਾਨੂੰ ਤੁਹਾਡੇ ਪਾਸਪੋਰਟ ਦੇ ਨਾਂ ਤੋਂ ਜਾਣਦੀ ਹੈ, ਤੁਹਾਡੀ ਵੈਰੀਫਿਕੇਸ਼ਨ ਤੁਹਾਡੇ ਪਾਸਪੋਰਟ ਤੋਂ ਹੈ। ਇਹ ਵੀ ਕੁਝ ਚਾਂਸਸ ਦੇਖਣ ਨੂੰ ਆਏ ਨੇ, ਬਹੁਤ ਚਾਂਸਸ ਨੇ। ਦੇਖੋ एक फर्क होता है सर, एक मैं बहुत प्रैक्टिकली नॉलेज है। एक वकील जो सीधा यूनिवर्सिटी तो वकील बन गया, या एक वकील जो मुंशी तो वकील बन गया, खैर उन्होंने नॉलेज बहुत ज़्यादा है, क्योंकि उन्होंने एक पेपर तो लैके एक टिकट तो लैके एंड तक दी नॉलेज है, शायद उन्नी एक डायरैक्ट बंदे नहीं। इसलिए कहते हैं कि किसी भी लाइन में पढ़न के नाल एक्सपीरियंस भी उन्ना ज़्यादा प्रैक्टिकली काम करना जरूरी है। सब तो वड्डी गल कन्फ्यूज नहीं होना कि यार ऑफर लैटर 5 दिन या 4 दिन नहीं आई, कोई 15 दिन लग गए, महीना लग गया। ऑफर लैटर लेना एक बहुत बड़ा टास्क नहीं है। ऑफर लैटर अज के टाइम में आस्ट्रेलिया के अनकंडीशनल लेना और तुहाडा GTE एंट्रेंस क्लीयर कराना, ये एजेंट के सामने तो थोड़े सामने, दोनों सामने एक टास्क है। जो एक बच्चा एली ला के जाने की कोशिश करता है भी मैं फटाफट मेरी ऑफर लैटर आ जाए, मैं दोबारा इंग्लिश ना पढ़ा, एली उत्थे कर लवांगे, उन्होंने प्रैफर क्या किया जा रहा भी ये जो बच्चों ने वजह दसी 6 महीने वीज़ा बाद मिल जाएगा, ये नहीं देख रहे 6 महीने उत्थे अंग्रेजी पढ़नी है तो वह ਲੱਖ रुपया दे रहे हैं। ਲੱਖ ਰੁਪਏ ਦੇਣੇ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਗੌਰਵ ਜੀ, ਜੇ ਬੱਚਾ ਇੱਥੇ ਘੱਟ ਬੈਂਡ ਲੈ ਕੇ ਆਇਆ, ਨਹੀਂ ਐਲੀਜੀਬਲ ਬਣ ਰਿਹਾ GT ਲਈ, ਇੱਥੇ ਦੁਬਾਰਾ ਉਹਨੂੰ ਆਈਲੈਟਸ ਟਰਾਈ ਕਰ ਲੈਣਾ ਚਾਹੀਦਾ ਜਿਹੜੀ ਐਲੀ ਵੇਵ ਕਰਾਉਣ ਲਈ, ਜਾਂ ਉੱਥੇ ਲੱਖ ਰੁਪਇਆ ਖਰਚ ਕੇ ਇੰਗਲਿਸ਼ ਪੜ੍ਹਨੀ ਚਾਹੀਦੀ? ਦੇਖੋ ਅਮਨ ਜੀ, ਸਭ ਤੋਂ ਵੱਡੀ ਗੱਲ, ਅਗਰ ਤਾਂ ਤੁਸੀਂ ਇੱਕ ਐਜੇ ਐਟਮੋਸਫੇਅਰ ਦੇ ਵਿੱਚ ਰਹਿ ਰਹੇ ਹੋ जिथे तुसी एक 5 मिनट लेते 6 महीने बाद भी 5 मिनट लोगे, 6.5 साल बाद भी 5 मिनट लोगे, क्योंकि थोड़ा एटमोसफेयर हो जाए। उस दे लई सब तो वड्डी राय है कि एली निकाल के निकल जाना चाहिए, क्योंकि कितने न कितने आस्ट्रेलिया दे विच स्पीकिंग कल्चर और इंडिया दा स्पीकिंग कल्चर बिल्कुल अलग है। पर जेड़ा एच ही नहीं ले पाया उत्थे दे एक्सेंट नाल किवें अंडरस्टैंड कर पाएगा? देखो अमन जी, मैं एक गल इस गल ते एक गल कहना चाहना, एटमोसफेयर थोड़े आस पास दा माहौल थानू बहुत इफेक्ट करदा है। एटमोसफेयर इस चीज नाल बिल्कुल बहुत काउंट करदा है। ਜਦੋਂ ਅਸੀਂ ਪੰਜਾਬੀ ਸਿੱਖੀ ਨਹੀਂ, ਅਸੀਂ ਸ਼ੁਰੂ ਤੋਂ ਬੋਲ ਰਹੇ ਹਾਂ, ਗੋਰਾ ਇੱਥੇ ਆ ਕੇ ਪੰਜਾਬੀ ਸਿੱਖੇਗਾ ਉਹ ਨਹੀਂ ਕਰ ਸਕਦਾ। ਤੁਸੀਂ ਮੇਰੀ ਗੱਲ ਨਹੀਂ ਸਮਝੇ, ਇੱਥੇ 5 ਬੈਂਡ ਲੈ ਕੇ ਬੱਚਾ ਐਲੀ ਲਵਾਉਣ ਨੂੰ ਪ੍ਰੈਫਰ ਕਰਦਾ ਹੈ, ਚਲਾ ਜਾਂਦਾ ਕਿਉਂ? ਵੀਜ਼ਾ ਵੱਧ ਮਿਲ ਗਿਆ ਤੇ ਉਹਦਾ ਜਿਹੜਾ ਮੇਨ ਮੋਟਿਵ, ਮੇਨ ਜਿਹੜਾ ਗੋਲ ਲੈ ਕੇ ਚੱਲ ਰਿਹਾ ਸੀ ਉਸੇ ਵੀਜ਼ਾ ਲੈਣਾ, ਉਹਨੂੰ ਮਿਲ ਗਿਆ, ਬਿਲਕੁਲ ਮਿਲ ਗਿਆ। ਕੀ ਉੱਥੇ ਜਾ ਕੇ ਉਹ ਐਲੀ ਕੰਪਲੀਟ ਕਰੇਗਾ? ਜੇ ਐਲੀ ਜਦ ਤੱਕ ਕੰਪਲੀਟ ਨਹੀਂ ਕਰਦਾ ਉਹ ਮੇਨ ਕੋਰਸ ਦੇ ਵਿੱਚ ਨਹੀਂ ਜਾਏਗਾ, ਠੀਕ ਹੈ। ਜੇ ਉੱਥੇ ਜਾ ਕੇ ਵੀ ਕੰਮ ਦਾ ਪਾਸੇ ਪੈ ਗਿਆ ਵੀ ਹਾਂ ਠੀਕ ਹੈ ਮੈਨੂੰ ਵੀਜ਼ਾ ਮਿਲ ਗਿਆ, ਮੈਂ ਆਸਟ੍ਰੇਲੀਆ ਪਹੁੰਚ ਗਿਆ, ਐਲੀ ਕਲੀਅਰ ਹੁੰਦੀ ਹੈ ਨਹੀਂ ਹੁੰਦੀ, ਆਉਂਦੀ ਹੈ ਨਹੀਂ ਆਉਂਦੀ, ਕੰਮ ਵਾਲੇ ਪਾਸੇ ਪੈ ਜਾਂਦਾ, ਤੇ ਕਿੰਨਾ ਕੁ ਜਾਇਜ਼ ਹੈ ਉਹ? ਨਹੀਂ ਦੇਖੋ, ਉਹ ਤਾਂ ਉਹਨੇ ਆਪਣੇ ਵਾਪਸੀ ਦਾ ਰਸਤਾ ਤਿਆਰ ਕਰਤਾ ਆਉਣ ਦਾ। ਜੇ ਉੱਥੇ ਜਾ ਕੇ ਉਹ ਐਲੀ ਤੇ ਧਿਆਨ ਨਹੀਂ ਦੇ ਰਿਹਾ, ਆਪਣੀ ਨੌਲੇਜ ਤੇ, ਆਪਣੇ
ਸਕਿੱਲ ਤੇ ਧਿਆਨ ਨਹੀਂ ਦੇ ਰਿਹਾ ਤੇ ਉਹਨੇ ਵਾਪਸੀ ਆਉਣ ਦਾ ਰਸਤਾ ਤਿਆਰ ਕਰ ਲਿਆ। ਉਹ 1 ਸਾਲ ਨੂੰ ਆ ਜਾਏ, ਉਹ 2 ਸਾਲ ਨੂੰ ਆ ਜਾਏ, ਉਹ 3 ਸਾਲ ਨੂੰ ਆ ਜਾਏ, ਕਿਉਂਕਿ ਕਿਤੇ ਨਾ ਕਿਤੇ ਉਹਦੇ PR ਤੇ ਉਹਦੇ ਸਟੇ ਦੀ ਜਿਹੜੀ ਅਪੀਲਸ ਹੁੰਦੀਆਂ ਉਹਦੇ ਵਿੱਚ ਡਿਫਿਕਲਟੀਜ਼ ਉਹਨੂੰ ਆਉਣੀਆਂ ਹੀ ਆਉਣੀਆਂ। ਔਰ ਫਿਰ ਸਭ ਤੋਂ ਵੱਡੀ ਗੱਲ, ਬਿਲਕੁਲ ਅਮਨ ਜੀ ਦੀ ਗੱਲ, ਅਗਰ ਤੁਸੀਂ ਇੱਥੇ 1 ਮਹੀਨਾ ਲਾ ਕੇ ਆਈਲੈਟਸ ਕਰ ਸਕਦੇ ਹੋ ਤੇ ਉਹ ਤੁਹਾਡੇ ਲਈ ਤੁਹਾਡੇ ਲੱਖਾਂ ਰੁਪਏ ਸੇਵ ਕਰੇਗਾ, ਪਲੱਸ ਤੁਹਾਡਾ ਟਾਈਮ ਸੇਵ ਕਰੇਗਾ। ਕਰਕੇ ਜਾਓ, ਕਿਤੇ ਨਾ ਕਿਤੇ ਹਾਈ ਕਮਿਸ਼ਨ ਵੀ ਜਿਹੜਾ ਬੱਚੇ ਨੂੰ ਡਾਇਰੈਕਟ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਰਿਹਾ ਹੈ ਰੈਦਰ ਦੈਨ ਅਰਲੀ, ਉਹਨੂੰ ਪ੍ਰੈਫਰੈਂਸ ਦਿੰਦੀ ਹੈ। ਮੈਂ ਦੇਖਿਆ ਉਹਦੇ ਵੀਜ਼ਾ ਚਾਂਸਸ ਬਹੁਤ ਬ੍ਰਾਈਟ ਬ੍ਰਾਈਟ ਹੋ ਜਾਂਦੇ। ਔਰ ਇਹ ਖੁਦ ਵੀ ਅਸੀਂ ਵੀ ਕਿਸੇ ਇੱਕ ਬੰਦੇ ਨੂੰ ਚੂਜ਼ ਕਰਨਾ ਹੈ, ਸਾਡੀ ਇੱਕ ਕੰਪਨੀ, ਸਾਡਾ ਇੱਕ ਆਰਗੇਨਾਈਜੇਸ਼ਨ ਹੈ, ਅਸੀਂ ਕਿਸੇ ਬੰਦੇ ਨੂੰ ਚੂਜ਼ ਕਰਨਾ ਔਰ ਅਸੀਂ ਵੀ ਜ਼ਿਆਦਾ ਪੜ੍ਹੇ ਲਿਖੇ ਬੰਦੇ ਤੇ ਜ਼ਿਆਦਾ ਐਕਸਪੀਰੀਅੰਸ ਆਦਮੀ ਨੂੰ ਚੂਜ਼ ਕਰਾਂਗੇ। ਬਿਲਕੁਲ। ਅੱਜ ਦੀ ਡੇਟ 'ਚ ਬੜੇ ਇੱਕ ਸੋਹਣੀ ਐਗਜ਼ਾਮਪਲ ਦਿੱਤੀ ਸੀ ਕਿਸੇ ਏਜੰਟ ਕੰਸਲਟੈਂਟ ਨੇ ਮੈਨੂੰ, ਕਹਿੰਦੇ ਸਾਰੇ ਉਹ ਹਿਸਾਬ ਹੈ ਜਿਵੇਂ ਬੰਦੇ ਕੋਲ ਹੋਵੇ ਬਹੁਤ ਜ਼ਿਆਦਾ ਪੈਸਾ, ਕਰੋੜ ਰੁਪਈਆ, ਤੇ ਉਹਨੇ ਗੱਡੀ ਲੈਣੀ ਹੈ, ਉਹ ਕਦੀ ਮਰੂਤੀ ਨੂੰ ਪ੍ਰੈਫਰ ਨਹੀਂ ਕਰਿਆ ਮਰੂਤੀ 800 ਲੈ ਲਵਾਂ, ਉਹ ਕੋਈ ਨਾ ਕੋਈ ਆਪਣੇ ਆਡੀ BM ਇਹਦੇ ਨਾਲ ਦੀ ਗੱਡੀ ਦੇਖੇਗਾ। ਅੱਜ ਫਰੈਸ਼ਰਸ ਪਾਸ ਆਊਟ ਨੇ, ਵਧੀਆ ਮਾਰਕਸ ਵਾਲੇ ਸਟੂਡੈਂਟਸ ਉਹਨਾਂ ਕੋਲ ਹੈਗੇ ਆ, ਵਧੀਆ ਆਇਲਟਸ ਵਾਲੇ ਸਟੂਡੈਂਟਸ ਹੈਗੇ ਆ, ਤਾਂ ਉਹ ਵੀ ਪ੍ਰੈਫਰ ਉਹਨਾਂ ਨੂੰ ਕਰਨਗੇ ਪਹਿਲੇ ਵੀ ਇਹਨਾਂ ਨੂੰ ਐਡਮਿਸ਼ਨ ਦਈਏ, ਬਜਾਏ ਕਿ ਆਪਾਂ ਘੱਟ ਬੈਂਡ ਵਾਲੇ, ਗੈਪ ਵਾਲੇ ਜਾਂ ਕੁਛ ਇਦਾਂ ਦੇ ਸਟੂਡੈਂਟਸ ਨੂੰ ਕਰੀਏ। ਫਸਟ ਪ੍ਰੈਫਰੈਂਸ ਜਿਹੜੀ ਹੈ ਉਹਨਾਂ ਦੀ ਵੀ ਵਧੀਆ ਨੂੰ ਰਹੇਗੀ, ਤੇ ਆਪਣਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਅਸੀਂ ਵੀ ਉਹਨਾਂ ਵਧੀਆ ਦੇ ਵਿੱਚ ਜਾਈਏ ਜਿਹੜੇ ਕਿ ਉਹ ਪ੍ਰੈਫਰ ਕਰਦੇ ਨੇ, ਵਧੀਆ ਬੈਂਡਸ, ਵਧੀਆ ਅਕੈਡਮਿਕ ਸਕੋਰਸ ਲਈਏ, ਤਾਂ ਕਿ ਇੱਕ ਚੰਗੀ ਥਾਂ ਤੇ ਐਡਮਿਸ਼ਨ ਮਿਲ ਸਕੇ ਤੇ ਇੱਕ ਚੰਗਾ ਫਿਊਚਰ ਜਿਹੜਾ ਉਹ ਬਣ ਸਕੇ। ਹੁਣ ਜਿਹੜਾ ਆਸਟ੍ਰੇਲੀਆ ਜਾਣ ਵਾਲਾ ਸਟੂਡੈਂਟ, ਉਹ ਲਈ 2 ਮਿੰਟ ਚਾਹੁੰਦਾ, ਉਸ ਤੋਂ ਬਾਅਦ ਆਪਾਂ ਟੌਪਿਕ ਚੇਂਜ ਕਰਕੇ ਥੋੜਾ ਨਿਊਜ਼ੀਲੈਂਡ ਵਾਲੇ ਜ਼ਰੂਰ ਗੱਲ ਕਰੀਏ। ਦੇਖੋ, ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਲਈ ਮੈਂ ਬਹੁਤ ਜ਼ਿਆਦਾ ਇਹ ਗੱਲ ਕਹਿਣਾ ਕਿ ਆਸਟ੍ਰੇਲੀਆ ਜਾਣ ਵਾਸਤੇ ਰਸਤਾ ਆਸਾਨ ਹੈ, ਵੀਜ਼ਾਜ਼ ਮਿਲ ਰਹੇ ਨੇ, ਕੋਈ ਡਾਊਟ ਨਹੀਂ, ਪਰ 2 ਚੀਜ਼ਾਂ ਨੂੰ ਬਹੁਤ ਹੀ ਸੀਰੀਅਸਲੀ ਤੇ ਸਿੰਸੀਅਰਲੀ ਲੈਣਾ ਹੈ, ਗੈਪ ਨੂੰ ਤੇ ਫੰਡਸ ਨੂੰ। ਗੈਪ ਤੁਹਾਡਾ ਪ੍ਰੋਪਰ ਆਥੈਂਟਿਕਲੀ ਹੋਣਾ ਚਾਹੀਦਾ, ਫੰਡਸ ਤੁਹਾਡੇ ਪ੍ਰੋਪਰ ਹੋਣੇ ਚਾਹੀਦੇ। ਅਗਰ ਇਹ ਚੀਜ਼ਾਂ ਪੇਪਰ ਨੇ, ਨਾਮੀ ਗ੍ਰਾਮੀ ਯੂਨੀਵਰਸਿਟੀਜ਼ ਤੁਹਾਨੂੰ ਐਡਮਿਸ਼ਨ ਦੇਣਗੀਆਂ। ਸੈਕੰਡ ਚੀਜ਼, ਤੁਹਾਡੇ ਵੀਜ਼ਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹਡਲ ਨਹੀਂ ਆਏਗੀ, ਵੀਜ਼ਾ 100% ਮਿਲੇਗਾ। ਵੀਜ਼ਾ ਦੇ ਨਾਲ ਨਾਲ ਕੱਲ ਨੂੰ ਉੱਥੇ ਰਹਿਣ ਦਾ, ਤੁਹਾਨੂੰ ਵਸੀਕ ਹੋਣ ਦਾ ਤੇ ਤੁਹਾਨੂੰ PR ਲੈਣ ਦਾ ਵੀ ਮੌਕਾ ਪ੍ਰੋਪਰ ਤਰੀਕੇ ਨਾਲ ਮਿਲੇਗਾ ਜੀ। ਕੋਈ ਵੀ ਇਨਫੋਰਮੇਸ਼ਨ ਰਹਿ ਗਈ ਹੋਵੇ ਜੋ ਲੈਣਾ ਚਾਹੁੰਦੇ ਹੋ ਸੈਟਲਿੰਗ ਅਬਰੋਡ ਤੋਂ, ਤਾਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਫੋਨ ਤੇ ਕਾਲ ਕਰਕੇ, ਮੈਸੇਜ ਕਰਕੇ, ਐਡਰੈਸ ਤੇ ਵਿਜ਼ਿਟ ਕਰਕੇ। ਫ੍ਰੀ ਆਫ ਕਾਸਟ ਕਾਉਂਸਲਿੰਗ ਅਸੈਸਮੈਂਟ ਕੀਤੀ ਜਾਏਗੀ, ਉਸ ਤੋਂ ਬਾਅਦ ਫੈਸਲਾ ਤੁਸੀਂ ਆਪ ਲੈ ਸਕਦੇ ਹੋ। ਸੋ ਹੁਣ ਗੱਲ ਕਰੀਏ ਜੀ, ਜਿਹੜੇ ਸਟੂਡੈਂਟ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ, ਖਾਸ ਕਰ ਕਰੇਜ਼ ਉਹਨਾਂ ਨੂੰ ਇਹ ਜਾਗਿਆ ਵੀ ਵਿਦਆਊਟ ਆਈਲੈਟਸ ਆਪਸ਼ਨ ਹੈ। ਕਿੰਨਾ ਕੁ ਜਾਇਜ਼, ਕਿੰਨਾ ਕੁ ਵਧੀਆ ਹੈ ਵਿਦਆਊਟ ਆਈਲੈਟਸ ਜਾਣਾ, ਸਕਸੈਸ ਰੇਟ ਕੀ ਹੈ, ਤੇ ਵਿਦਆਊਟ ਅੰਗਰੇਜ਼ੀ ਜਾਣਾ, ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ, ਕੀ ਫਰਕ ਹੈ ਤੇ ਕਿਵੇਂ ਦੇਖਦੇ ਹੋ? देखिए, विदाउट आइलेट्स करता ज़रूर, पर थोड़ी जो पुरानी क्वालिफिकेशन है या प्रीवियस एजुकेशन है वो इंग्लिश ਦੇ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਇੰਗਲਿਸ਼ ਦੇ ਮਾਹਰਤ ਹੋਣੀ ਚਾਹੀਦੀ, ਕਿਉਂਕਿ ਇੱਕ ਤੁਹਾਨੂੰ ਲੈਟਰ ਲਿਖਵਾ ਕੇ ਦੇਣਾ ਪਏਗਾ ਔਰ ਵਿਦਾਊਟ ਆਈਲੈਟਸ ਅਪਲਾਈ ਬੱਚੇ ਦਾ ਹਾਈ ਕਮਿਸ਼ਨ ਤੋਂ ਇੰਟਰਵਿਊ ਆਉਣਾ ਹੀ ਹੋਣਾ ਹੈ। ਇਹ ਹਾਈ ਕਮਿਸ਼ਨ ਤੁਹਾਡੇ ਤੋਂ ਇੰਟਰਵਿਊ ਮਤਲਬ ਉਹ ਜਜਮੈਂਟ ਤਾਂ ਹਲੇ ਵੀ ਕਰਨੀ ਹੈ, ਆਈਲੈਟਸ IDP ਨਹੀਂ ਕਰੇਗੀ, ਬ੍ਰਿਟਿਸ਼ ਕਾਉਂਸਲ ਨਹੀਂ ਕਰੇਗੀ, ਖੁਦ ਕਰਨਾ, ਐਮਐਸਸੀ ਕਰ ਲੇਗੀ। ਬਿਲਕੁਲ। ਸੈਕੰਡ ਚੀਜ਼, ਉਹਨਾਂ ਨੇ ਇਹ ਦੇਖਣਾ, ਇੱਥੇ ਵੀ ਬਹੁਤ ਬੱਚੇ ਮਿਸਗਾਈਡ ਹੋ ਰਹੇ ਨੇ। 8-8 10-10 ਸਾਲ ਦੇ ਬੱਚੇ, ਗੈਪ ਵਾਲੇ ਬੱਚੇ ਅਪਲਾਈ ਕਰ ਰਹੇ ਨੇ, ਆਫਰ ਲੈਟਰਸ ਤਾਂ ਸ਼ਾਇਦ ਆ ਜਾਂਦੀਆਂ ਨੇ, ਕੋਈ ਵੱਡੀ ਗੱਲ ਨਹੀਂ ਹੈ ਨਿਊਜ਼ੀਲੈਂਡ ਦੇ ਵਿੱਚ, ਪਰ ਫਿਰ ਉਸ ਤੋਂ ਬਾਅਦ ਤੁਹਾਨੂੰ ਆਪਣੇ ਇਹ ਇੰਟਰਵਿਊ ਆਈਲੈਟਸ ਤੋਂ ਜ਼ਿਆਦਾ ਹਾਰਡ ਹੋਏਗੀ, ਕਿਉਂਕਿ ਇੱਥੇ ਇੰਗਲਿਸ਼ ਦਾ ਟੈਸਟ ਕੀਤੀ ਜਾਏਗੀ, ਨਾਲ ਤੁਹਾਡੀ ਪੜ੍ਹੀ ਹੋਈ ਕੁਆਲੀਫਿਕੇਸ਼ਨ ਦਾ ਵੀ ਟੈਸਟ ਹੋਏਗਾ। ਬਿਲਕੁਲ। ਇੱਕ ਗੈਪ ਨੂੰ ਪਹਿਲੇ ਤਾਂ ਸਮਝਣ ਦੀ ਲੋੜ ਹੈ। ਗੈਪ ਦੀ ਪਰਿਭਾਸ਼ਾ ਕੀ ਹੈ? ਇੱਕ ਤੁਸੀਂ ਪੜ੍ਹਾਈ ਤੋਂ ਬਾਅਦ 2 4 5 ਸਾਲ ਜੌਬ ਕਰਨ ਲੱਗੇ, ਹਰ ਚੀਜ਼ ਤੁਹਾਡੇ ਕੋਲ ਲੀਗਲ ਹੈ, ਅਪਾਇੰਟਮੈਂਟ ਲੈਟਰ ਹੈਗੀ ਹੈ, ਸੈਲਰੀ ਅਕਾਊਂਟ 'ਚ ਆਉਂਦੀ ਹੈ, ਉਸ ਤੋਂ ਬਾਅਦ ਤੁਸੀਂ ਉਹਦੇ ਫਰਦਰ ਸਟੱਡੀ ਲਈ ਜਾਣਾ ਚਾਹੁੰਦੇ ਹੋ। ਸਪੋਜ਼ ਇੱਥੇ ਤੁਸੀਂ ਗ੍ਰੈਜੂਏਸ਼ਨ ਕੀਤੀ, ਅੱਗੇ ਮਾਸਟਰ ਲਈ ਜਾਣਾ, ਤਾਂ ਉਹਦੇ ਲਈ ਉਹ ਗੈਪ ਮੇਰੇ ਖਿਆਲ ਨਹੀਂ ਗਿਣਿਆ ਜਾਏਗਾ। ਉਹ ਗੈਪ ਨਹੀਂ ਹੈ। ਗੈਪ ਦੀ ਪਰਿਭਾਸ਼ਾ ਕੀ ਹੈ? ਗੈਪ ਨੂੰ ਸਮਝਣ ਦੀ ਲੋੜ ਹੈ। ਗੈਪ ਕਿਹਨੂੰ ਕਹਿੰਦੇ ਆ? ਕੀ ਕਹਿਣਾ ਗੌਰਵ ਜੀ ਇਹਦੇ ਬਾਰੇ? ਦੇਖिए, ਗੈਪ ਇਹਨੂੰ ਕਹਿੰਦੇ ਕਿ ਆਪਾਂ ਕੁਆਲੀਫਿਕੇਸ਼ਨ ਪੜ੍ਹੇ, ਉਸ ਤੋਂ ਬਾਅਦ ਆਪਾਂ ਔਨ ਪੇਪਰ ਕੋਈ ਵੀ ਕੰਮ ਨਹੀਂ ਕੀਤਾ, ਔਨ ਪੇਪਰ ਜਾਂ ਆਊਟ ਆਫ ਇਨਰੈਲੀਵੈਂਟ ਕੋਈ ਕੰਮ, ਹਾਂ, ਆਊਟ ਆਫ ਲਿਮਿਟ, ਆਊਟ ਆਫ ਤੁਹਾਡੇ ਵਰਕ ਐਕਸਪੀਰੀਅੰਸ ਜਾਂ ਪੜ੍ਹਾਈ ਤੁਹਾਡੇ ਕੋਈ ਕੰਮ ਕੀਤਾ, ਉਹ ਗੈਪ ਹੈ। ਉਸ ਦਾ ਜਸਟੀਫਾਈ ਆਨਸਰ ਦੇਣਾ ਬਹੁਤ ਜ਼ਰੂਰੀ ਹੈ ਐਮਬੈਸੀ ਨੂੰ। ਦੂਜੀ ਚੀਜ਼, ਜੋ ਤੁਹਾਡੀ ਪ੍ਰੀਵੀਅਰ ਕੁਆਲੀਫਿਕੇਸ਼ਨ ਹੈ ਉਸ ਤੇ ਵੀ ਤੁਹਾਨੂੰ ਉਹਦੀ ਵੀ ਨੌਲੇਜ ਹੋਣੀ ਜ਼ਰੂਰੀ ਹੈ। ਨਿਊਜ਼ੀਲੈਂਡ ਸੱਦਾ ਦੇ ਰਿਹਾ, ਵਿਦਾਊਟ ਆਈਲੈਟਸ ਬੁਲਾ ਰਿਹਾ, ਕਿਤੇ ਨਾ ਕਿਤੇ ਸਾਡੇ ਵਾਸਤੇ ਇੱਕ ਪੋਜ਼ਿਟਿਵ ਸਾਈਨ ਹੈ, ਪਰ ਕੈਟਾਗਰੀ 1 ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ। ਕਾਲਜਿਸ ਸ਼ੁੱਡ ਬੀ ਕੈਟਾਗਰੀ 1। ਸੈਕੰਡ ਚੀਜ਼, ਤੁਹਾਨੂੰ ਇੰਗਲਿਸ਼ ਸਪੀਕਿੰਗ ਦੀ ਕਲਾਸਿਸ ਤਾਂ ਲੈਣੀਆਂ ਹੀ ਪੈਣਗੀਆਂ, ਕਿਉਂਕਿ ਐਂਡ ਆਫ ਦਾ ਡੇ ਜਿੰਨੇ ਆਈਲੈਟਸ ਦੀ, ਮੈਂ ਫਿਰ ਬਾਰ-ਬਾਰ ਕਹਿ ਰਿਹਾ ਕਿ ਜਿੰਨੇ ਆਈਲੈਟਸ ਦੀ ਨਹੀਂ ਕੀਤਾ, ਉਹਨੂੰ ਹਰ ਹਾਲਤ ਦੇ ਵਿੱਚ
ਇੰਟਰਵਿਊ ਆਉਣੀ ਹੈ, ਇੰਟਰਵਿਊ ਦਾ ਸਾਹਮਣਾ ਕਰਨਾ ਪੈਣਾ ਹੈ। ਦੂਜੀ ਚੀਜ਼ ਫਿਰ ਇੱਥੇ ਉਹੀ ਗੱਲਾਂ ਸਾਹਮਣੇ ਆਉਣਗੀਆਂ, ਏਜੰਟ ਦਾ ਐਕਸਪੀਰੀਅੰਸ ਬਹੁਤ ਮੈਟਰ ਕਰਦਾ, ਕੰਸਲਟੈਂਟ ਦਾ ਐਕਸਪੀਰੀਅੰਸ, ਤੁਸੀਂ FTS ਦੇ ਲਾਇਕ ਹੋ, ਤੁਸੀਂ ਵਿਦਆਊਟ FDS ਦੇ ਲਾਇਕ ਹੋ, ਕਿਸ ਤਰ੍ਹਾਂ ਦੀ ਕਾਲਜ ਜਾਂ ਪੋਲੀਟੈਕਨਿਕ ਜਾਂ ਯੂਨੀਵਰਸਿਟੀਜ਼ ਦੇ ਵਿੱਚ ਤੁਹਾਡਾ ਐਡਮਿਸ਼ਨ ਲੈ ਕੇ ਵੀਜ਼ਾ ਲਿੱਤਾ ਜਾ ਸਕਦਾ ਹੈ, ਕਿਸ ਤਰ੍ਹਾਂ ਦਾ ਕੋਰਸ ਤੁਹਾਨੂੰ ਚੂਜ਼ ਕਰਾ ਕੇ ਹਾਈ ਕਮਿਸ਼ਨ ਨੂੰ ਇੰਪ੍ਰੈਸ ਕੀਤਾ ਜਾ ਸਕਦਾ ਹੈ। ਇਹ ਸਾਰੀ ਚੀਜ਼ਾਂ ਦਾ ਇੱਕ ਮਿਕਸਚਰ, ਇੱਕ ਸੰਤੁਲਿਤ, ਇੱਕ ਪ੍ਰੋਪਰਲੀ ਮਿਕਸਚਰ ਤੁਹਾਨੂੰ ਵੀਜ਼ਾ ਦਵਾਏਗਾ। ਹੁਣ ਜਿਵੇਂ ਕੰਸਲਟੈਂਟ ਦੀ ਤੁਸੀਂ ਗੱਲ ਕੀਤੀ ਹੈ, ਕਈ IPP ਤੋਂ ਆਥੋਰਾਈਜ਼ਡ ਹੋਏ ਕਾਲਜਸ ਤੋਂ, ਯੈਸ, ਉਸ ਚੀਜ਼ ਨੂੰ ਹਾਈਲਾਈਟ ਕਰਕੇ ਸਟੂਡੈਂਟਸ ਨੂੰ ਪ੍ਰਮੋਟ ਦੀ ਕੋਸ਼ਿਸ਼ ਹੋ ਰਹੀ ਵੀ IPP ਦੇ ਸਾਨੂੰ ਜਿਹੜੀ ਹੈ ਆਥੋਰਾਈਜ਼ੇਸ਼ਨ ਦੇਤੀ ਚੰਗੀ ਗੱਲ ਹੈ, ਬਟ ਕੀ IPP ਰਸਤਾ ਰਹਿ ਗਿਆ ਸਿਰਫ ਜਾਣ ਦਾ? ਕੀ ਜਨਰਲ ਦੇ ਵਿੱਚ ਬੱਚਾ ਨਹੀਂ ਜਾਏਗਾ ਜਿਵੇਂ ਪਹਿਲੇ ਜਾ ਰਿਹਾ ਸੀ, FTS ਜਾਂ ਵਿਦਆਊਟ FTS ਨਹੀਂ ਜਾਊਗਾ? ਇਹ ਵੀ ਚੀਜ਼ ਸਮਝਣ ਦੀ ਲੋੜ ਹੈ। ਕੰਸਲਟੈਂਟ ਜ਼ਰੂਰੀ ਨਹੀਂ ਵੀ ਜਿਹੜਾ ਹਾਈਲਾਈਟ ਆਪਣੇ ਆਪ ਨੂੰ ਕਰ ਰਿਹਾ ਉਹੀ ਵਧੀਆ, ਨਹੀਂ, ਬਹੁਤ ਵਧੀਆ ਕੰਸਲਟੈਂਟ ਵੀ ਬੈਠੇ ਨੇ, ਹੋ ਸਕਦਾ ਉਹ ਵੀ ਸਭ ਤੋਂ ਵਧੀਆ ਹੋਵੇ, ਬਟ ਰਿਸਰਚ